सत श्री अकाल पंजाब तक के नाज़रीन, मैं हरमीत शाह सिंह, एडिटर इंडिया टुडे टीवी। अमेरिका जो कि दुनिया की सब तो वड्डी ताकत है, सब तो वड्डी इकोनॉमी है, उससे इलेक्शन ਨੂੰ ਹੁਣ 2 ਮਹੀਨੇ ਤੋਂ ਵੀ ਘੱਟ ਸਮਾਂ ਰਹਿ ਗਿਆ ਹੈ ਤੇ ਉਹਨੂੰ ਉੱਥੇ ਜੋ 3 ਨਵੰਬਰ ਨੂੰ ਜੋ ਇਲੈਕਸ਼ਨ ਹੋਣਾ ਹੈ ਉਸ ਦੀ ਜ਼ੋਰ ਤੋੜ ਨਾਲ ਕੈਂਪੇਨ ਚੱਲਦੀ ਪਈ ਹੈ। ਪਿੱਛੇ ਪ੍ਰੈਜ਼ੀਡੈਂਟ ਟਰੰਪ ਨੇ ਇੱਕ ਬਿਆਨ ਦਿੱਤਾ ਹੈ, ਉਹਨਾਂ ਨੇ ਕਿਹਾ ਹੈ ਕਿ ਜਿਹੜੇ ਉੱਥੇ ਇੰਡੀਅਨਸ ਨੇ, ਜਿਹੜੇ ਇੰਡੀਅਨ ਅਮਰੀਕਨਸ ਨੇ, ਉਹ ਉਹਨਾਂ ਨੂੰ ਵੋਟ ਪਾਉਣਗੇ। ਉਹ ਇਸ ਕਰਕੇ ਵੋਟ ਪਾਉਣਗੇ ਕਿਉਂਕਿ ਪ੍ਰੈਜ਼ੀਡੈਂਟ ਟਰੰਪ ਦੀ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨਾਲ ਕਾਫੀ ਗਹਿਰੀ ਨੇੜਤਾ ਹੈ ਔਰ ਇਸ ਕਰਕੇ ਉਹਨਾਂ ਨੂੰ ਇੰਡੀਅਨ ਅਮਰੀਕਨਸ ਦਾ ਵੋਟ ਪਏਗਾ। ਖੈਰ, ਹਰ ਇਲੈਕਸ਼ਨ ਦੇ ਵਿੱਚ ਕਲੇਮਸ ਹੁੰਦੇ ਨੇ, ਕਾਊਂਟਰ ਕਲੇਮਸ ਹੁੰਦੇ ਨੇ, ਭਾਵੇਂ ਉਹ ਇੰਡੀਆ ਦਾ ਇਲੈਕਸ਼ਨ ਹੋਵੇ, ਇੰਗਲੈਂਡ ਦਾ ਹੋਵੇ, ਭਾਵੇਂ ਅਮਰੀਕਾ ਦਾ ਹੋਵੇ। ਉਹਨਾਂ ਦੇ ਜਿਹੜੇ ਵਿਰੋਧੀ ਨੇ ਉਹ ਹੈਗੇ ਨੇ ਡੈਮੋਕ੍ਰੈਟ ਜੋ ਬਾਈਡਨ। ਤੇ ਅੱਜ ਅਸੀਂ ਤੁਹਾਨੂੰ ਲੈ ਚੱਲਦੇ ਹਾਂ ਅਮਰੀਕਾ ਦੀ ਧਰਤੀ। ਮੇਰੇ ਨਾਲ ਜੁੜੇ ਨੇ ਡਾਕਟਰ ਰਾਜਵੰਤ ਸਿੰਘ ਜੀ, ਜਿਹੜੇ ਵਾਸ਼ਿੰਗਟਨ ਡੀਸੀ ਤੋਂ ਨੇ। पेशे तो यह मैडिकल डॉक्टर ने, बड़े मन्ने परमन्ने उत्थे डेंटिस्ट ने, लेकिन इन्हां दे कई खेतरां दे विच इन्हां दी बड़ी सरगर्मी नाल इन्वॉल्वमेंट है। उन्हां विच पॉलिटिकल होण, कल्चरल होण, एजुकेशन होण, सोशल होण, बहुत इत्थे एक्टिव रहे ने। वो सारी बड़ी इन्हां दा एक बड़ा एक उत्थे रोल रहा है और इन्हां दी बड़ी नेड़ता रही हैगी है क्लिंटन परिवार दे नाल, बराक ओबामा दे नाल। हुण अपनी समर्था दे मुताबिक जो बाइडन होरां दी भी काफी सपोर्ट कर रहे ने। डॉक्टर राजवंत सिंह जी, तुहाडा निੱਘਾ स्वागत है पंजाब तक विच। थैंक यू सो मच। ਤੁਸੀਂ ਮੌਕਾ ਦੇ ਰਹੇ ਹੋ ਕਿ ਅਸੀਂ ਗੱਲਬਾਤ ਕਰ ਸਕੀਏ ਇੱਥੋਂ ਦੀ ਇਲੈਕਸ਼ਨ ਬਾਰੇ। ਥੈਂਕ ਯੂ ਸੋ ਮਚ। ਮੈਨੂੰ ਇਹ ਦੱਸੋ ਕਿ ਉੱਥੇ ਹੁਣ ਗਰਾਊਂਡ ਰਿਐਲਿਟੀ ਕੀ ਹੈ? ਇੱਥੇ ਦੇਖਿਆ ਕਾਫੀ ਬਿਆਨਬਾਜ਼ੀ ਆਉਂਦੀ ਹੈ, ਅਖਬਾਰਾਂ ਵਿੱਚ ਵੀ ਆਉਂਦਾ ਹੈਗਾ, ਜਿਸ ਤਰ੍ਹਾਂ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਕਿ ਉਹਨਾਂ ਨੂੰ ਹੁਣ ਇੰਡੀਅਨਸ ਦਾ ਜਿਹੜਾ ਵੋਟ ਪਏਗਾ ਉੱਥੇ। ਪਰ ਅਸੀਂ ਜਾਣਨਾ ਤੁਹਾਡੇ ਕੋਲ ਚਾਹਾਂਗੇ, ਤੁਸੀਂ ਡੈਮੋਕ੍ਰੈਟਸ ਨਾਲ ਵੀ ਇਨਵੋਲਵ ਹੋ, ਉੱਥੇ ਗਰਾਊਂਡ ਰਿਐਲਿਟੀ ਕੀ ਹੈ? ਤੁਸੀਂ ਉਸ ਧਰਤੀ ਤੇ ਵਿਰਾਜਮਾਨ ਹੋ, ਦੱਸੋ ਜੀ ਉੱਥੇ ਕੀ ਹੈਗਾ ਸਿਚੁਏਸ਼ਨ ਇਸ ਵੇਲੇ? ਜਿਹੜੀ ਪੋਲਸ ਦੇ ਵਿੱਚ ਤਾਂ ਜਿਹੜਾ ਜੋ ਬਾਈਡਨ ਜ਼ਿਆਦਾ ਅੱਗੇ ਹੈ ਜੀ, ਕਿਉਂਕਿ ਜਿਹੜੀ ਨੈਸ਼ਨਲ ਪੋਲ ਲਈ ਗਈਆਂ ਨੇ ਪਿਛਲੇ 3-4 ਜਿਹੜੀਆਂ ਨਿਊਜ਼ ਏਜੰਸੀਜ਼ ਵੱਲੋਂ, ਹਰੇਕ ਪੋਲ ਦੇ ਵਿੱਚ ਜੋ ਬਾਈਡਨ ਪਹਿਲਾਂ ਬਹੁਤ ਸੀਗੇ ਅੱਗੇ, ਪਰ ਹੁਣ ਥੋੜਾ ਜਿਹਾ ਡਿਸਟੈਂਸ ਘਟ ਗਿਆ ਹੈਗਾ। ਸੋ ਪ੍ਰੈਜ਼ੀਡੈਂਟ ਟਰੰਪ ਥੋੜਾ ਜਿਹਾ ਰਿਕਵਰ ਕਰ ਰਹੇ ਨੇ, ਪਰ ਹਲੇ ਵੀ ਜਿਹੜੀ ਰੇਸ ਹੈ ਉਹ ਕਾਫੀ ਟਾਈਟ ਹੋ ਗਈ। ਤੇ ਖਾਸ ਕਰਕੇ ਜਿਹੜੇ ਬੈਟਲ ਗਰਾਊਂਡ ਸਟੇਟਸ ਨੇ, ਜਿੱਦਾਂ ਪੈਨਸਿਲਵੇਨੀਆ ਹੈ, ਫਲੋਰੀਡਾ ਹੈ, ਓਹਾਇਓ ਹੈ, ਵਿਸਕੌਨਸਨ ਹੈ, ਮਿਸ਼ੀਗਨ ਹੈ, ਇਹਨਾਂ ਸਟੇਟਾਂ ਦੀਆਂ ਵੋਟਾਂ ਦੇ ਉੱਤੇ ਡਿਪੈਂਡ ਕਰਦਾ ਵੀ ਹੂ ਵਿਲ ਬੀ ਦ ਪ੍ਰੈਜ਼ੀਡੈਂਟ। ਬਹੁਤ ਤੁਸੀਂ ਡੈਮੋਕ੍ਰੈਟ ਹੋ, ਤੁਸੀਂ ਬੜੀ ਓਨੈਸਟਲੀ ਜਵਾਬ ਦਿੱਤਾ ਹੈਗਾ ਕਿ ਥੋੜਾ ਜਿਹਾ ਲੱਗ ਰਿਹਾ ਸੀ ਕਿ ਪਹਿਲੇ ਜਿਹੜੇ ਜੋ ਬਾਈਡਨ ਅੱਗੇ ਚੱਲ ਰਹੇ ਸੀ, ਥੋੜਾ ਜਿਹਾ ਹੁਣ ਲੱਗ ਰਿਹਾ ਕਿ ਥੋੜਾ ਜਿਹਾ ਉਹਨਾਂ ਦੀ ਜਿਹੜੀ ਸਪੀਡ ਵਿੱਚ ਇੱਕ ਕੋਈ ਨਾ ਕੋਈ ਸਪੀਡ ਬ੍ਰੇਕਰ ਆਇਆ ਹੈਗਾ। ਮੈਂ ਤੁਹਾਡੇ ਕੋਲ ਜਾਣਨਾ ਚਾਹਾਂਗਾ ਕਿ ਐਸੀ ਕਿਹੜੀ ਗੱਲ ਹੋ ਗਈ ਕਿ ਅਸੀਂ ਪਹਿਲੇ ਪੋਲ ਪੜ੍ਹ ਰਹੇ ਸੀ, ਤੁਸੀਂ ਵੀ ਪੜ੍ਹੇ ਨੇ, ਉਹ ਵੀ ਅਸੀਂ ਵੀ ਦੇਖ ਰਹੇ ਸੀ ਕਿ ਕਿਸ ਤਰ੍ਹਾਂ ਉਹਨਾਂ ਦੀ ਇੱਕਦਮ ਚੜ੍ਹ ਚੱਲੀ। ਔਰ ਅਸੀਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹਾਂਗੇ ਕਿ ਜਿਹੜੇ ਡਾਕਟਰ ਰਾਜਵੰਤ ਸਿੰਘ ਹੋਣੀ ਬੈਟਲ ਗਰਾਊਂਡ ਸਟੇਟਾਂ ਦੀ ਗੱਲ ਕਰ ਰਹੇ ਨੇ, ਉਸਦਾ ਇੱਕ ਬੜਾ ਇੱਕ ਗਹਿਰਾ ਸੰਬੰਧ ਹੁੰਦਾ ਹੈ ਅਮਰੀਕਨ ਇਲੈਕਸ਼ਨ ਸਿਸਟਮ ਦੇ ਵਿੱਚ। ਕੁਝ 10-12 ਐਸੀ ਸਟੇਟਸ ਨੇ ਜਿਹੜੀ ਡਿਟਰਮਿਨ ਕਰਦੀਆਂ ਨੇ ਕਿ ਪ੍ਰੈਜ਼ੀਡੈਂਟ ਕੌਣ ਬਣੇਗਾ। ਉੱਥੇ ਪਪੂਲਰ ਵੋਟ ਦੀ ਗੱਲ ਨਹੀਂ ਹੁੰਦੀ, ਉੱਥੇ ਇਲੈਕਟੋਰਲ ਕਾਲਜ ਦੀ ਗੱਲ ਹੁੰਦੀ। ਬੜਾ ਕੰਪਲੈਕਸ ਸਿਸਟਮ ਹੈਗਾ। ਪਪੂਲਰ ਵੋਟ ਤੇ ਹਿਲਰੀ ਕਲਿੰਟਨ ਵੀ ਪਿਛਲੀ ਵਾਰ ਕਾਫੀ ਪੋਲਸ ਵਿੱਚ ਵੀ ਆਇਆ ਸੀ, ਪਰ ਉਹਨਾਂ ਦੀ ਸ਼ਿਕਸਤ ਇਸ ਕਰਕੇ ਹੋਈ ਕਿਉਂਕਿ ਇਲੈਕਟੋਰਲ ਕਾਲਜ ਦੇ ਵਿੱਚ ਉਹਨਾਂ ਨੂੰ ਉਨੀ ਸਟਰੈਂਥ ਨਹੀਂ ਮਿਲੀ। ਡਾਕਟਰ ਸਾਹਿਬ, ਤੁਸੀਂ ਸਾਨੂੰ ਇਹ ਦੱਸੋ ਕਿ ਕੀ ਐਸਾ ਕਾਰਨ ਹੋਇਆ ਕਿ ਪ੍ਰੈਜ਼ੀਡੈਂਟ ਟਰੰਪ ਨੇ ਜਿਹੜੇ ਉਹਨਾਂ ਦੀ ਥੋੜੀ ਇੱਕਦਮ ਚੜ੍ਹਤ ਹੋ ਗਈ ਔਰ ਡੈਮੋਕ੍ਰੈਟਸ ਜਿਹੜੇ ਜੋ ਬਾਈਡਨ ਲੱਗ ਰਹੇ ਨੇ ਤੁਹਾਨੂੰ ਥੋੜੇ ਜਿਹੇ ਪਿੱਛੇ ਹੁੰਦੇ ਦਿਖ ਰਹੇ ਨੇ? ਕੀ ਕਾਰਨ ਹੈ ਇਹਦਾ? ਪਹਿਲਾ ਕਾਰਨ ਤੇ ਹੈ ਕਿ ਜਿਹੜੀ ਜਦੋਂ ਵੀ ਇਹ ਪੋਲੀਟੀਕਲ ਜਿਹੜੀ ਕਾਨਫਰੰਸ ਹੁੰਦੀ ਹੈ, ਰਿਪਬਲਿਕਨ ਨੈਸ਼ਨਲ ਕਮੇਟੀ ਦੀ ਜਿਹੜੀ ਨੈਸ਼ਨਲ ਕਮੇਟੀ ਦੀ ਜਿਹੜੀ ਕਾਨਫਰੰਸ ਹੁੰਦੀ ਹੈ ਜਾਂ ਪਹਿਲਾਂ ਡੈਮੋਕ੍ਰੈਟਸ ਦੀ, ਉਸ ਦੇ ਨਾਲ ਥੋੜੇ ਜਿਹੇ ਨੰਬਰਸ ਉੱਪਰ ਜਾਂਦੇ ਨੇ ਕਿਉਂਕਿ ਕਾਨਸਟੈਂਟ ਜਿਹੜਾ ਐਕਸਪੋਜ਼ਰ ਪ੍ਰੈਜ਼ੀਡੈਂਟ ਟਰੰਪ ਦਾ ਹੋਇਆ ਮੀਡੀਆ ਦੇ ਵਿੱਚ, ਲੋਕਾਂ ਦੇ ਵਿੱਚ ਥੋੜੀ ਜਿਹੀ ਭਾਵਨਾ ਚੰਗੀ ਹੋ ਜਾਂਦੀ ਹੈ। ਉਹਦਾ ਇੱਕ ਕਾਰਨ ਇੱਕ ਤਾਂ ਇਹ ਵੀ ਹੈ। ਦੂਜਾ ਕਾਰਨ ਇਹ ਹੈ ਕਿ ਜਿਹੜੇ ਬਲੈਕ ਲਾਈਵਜ਼ ਮੈਟਰ, ਜਿਹੜੇ ਕਾਲੇ ਲੋਕਾਂ ਦੇ ਉੱਤੇ ਕਾਫੀ ਜਿਹੜਾ ਮੈਨੇ ਕਤਲ ਕੀਤੇ ਪੁਲਿਸ ਵਾਲਿਆਂ ਨੇ, ਉਹਨਾਂ ਕਰਕੇ ਬਹੁਤ ਜ਼ਿਆਦਾ ਆਊਟਰੀਚ ਹੋਇਆ। ਪਰ ਉਹਨਾਂ ਦੇ ਵਿੱਚ 2-3 ਪ੍ਰੋਟੈਸਟ ਬਹੁਤ ਜ਼ਿਆਦਾ ਵਾਇਲੈਂਟ ਹੋਏ ਨੇ ਤੇ ਉਹਦੇ ਕਰਕੇ ਜਿਹੜੇ ਥੋੜੇ ਜਿਹੇ ਜਿਹੜੇ ਨਿਊਟਰਲ ਮਾਈਂਡਡ ਹੁੰਦੇ ਨੇ, ਉਹਨਾਂ ਨੂੰ ਲੱਗਦਾ ਵੀ ਇਹ ਸ਼ਾਇਦ ਜੋ ਬਾਈਡਨ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਨੂੰ ਕੰਟਰੋਲ ਨਾ ਕਰ ਸਕਣਗੇ। ਤੇ ਇਕੋਨਮੀ ਇੱਕ ਬੜਾ ਵੱਡਾ ਇਸ਼ੂ ਹੈ ਤੇ ਇਕੋਨਮੀ ਨੂੰ ਸ਼ਾਇਦ ਜੋ ਬਾਈਡਨ ਨਾ ਇਹਨੂੰ ਕੰਟਰੋਲ ਕਰ ਸਕਣ। ਪਰ ਇਹ ਹੁਣ ਜੋ ਬਾਈਡਨ ਦੇ ਉੱਤੇ ਡਿਪੈਂਡੈਂਟ ਹੋਏਗਾ ਕਿ ਕਿਸ ਤਰ੍ਹਾਂ ਉਹ ਲੋਕਾਂ ਦੇ ਵਿੱਚ ਕੌਨਫੀਡੈਂਸ ਭਰ ਸਕਣ ਕਿ ਉਹਨਾਂ ਦੇ ਵਿੱਚ ਐਬਿਲਿਟੀ ਹੈਗੀ ਹੈ। ਔਰ ਉਹਨਾਂ ਨੇ ਓਬਾਮਾ ਐਡਮਿਨਿਸਟ੍ਰੇਸ਼ਨ ਦੇ ਵਿੱਚ, ਅਮਰੀਕਾ ਦੀ 2008 ਦੇ ਵਿੱਚ ਵੀ ਇਹੀ ਹਾਲ ਸੀ। ਇਕਨੋਮਿਕਲੀ ਇੰਨਾ ਜ਼ਿਆਦਾ ਡਾਊਨ ਟਰਨ ਆਉਣ ਤੋਂ ਬਾਅਦ ਵੀ 4-5 ਸਾਲਾਂ ਦੇ ਵਿੱਚ ਅਮਰੀਕਾ ਰਿਬਾਊਂਡਡ ਬੈਕ ਅਗੇਨ। ਸੋ ਉਹ ਜਿਹੜੀ ਇੱਕ ਸੈਂਸ ਆਫ ਕੌਨਫੀਡੈਂਸ ਜਿਹੜਾ ਦੇਣਾ ਵੋਟਰਸ ਦੇ ਵਿੱਚ, ਇਹ ਜੋ ਬਾਈਡਨ ਲਈ ਬਹੁਤ ਵੱਡੀ ਚੈਲੰਜਿੰਗ ਸਿਚੁਏਸ਼ਨ ਹੈ। ਤੇ ਉਹਨੂੰ
ਪਰ ਡਾਕਟਰ ਸਾਹਿਬ ਮੈਂ ਪਿੱਛੇ ਪੋਲਸ ਪੜ੍ਹ ਰਿਹਾ ਸੀ, ABC ਤੇ ਵਾਸ਼ਿੰਗਟਨ ਪੋਸਟ ਦਾ ਪੋਲ ਆਇਆ, ਉਹਨਾਂ 64% ਉੱਥੇ ਜਿਹੜਾ ਰਿਸਪੋਂਡੈਂਟ ਸੀ ਉਹਨੇ ਇਹ ਜਵਾਬ ਦਿੱਤਾ ਹੈਗਾ ਕਿ ਸਾਨੂੰ ਪ੍ਰੈਜ਼ੀਡੈਂਟ ਟਰੰਪ ਕਿਸ ਤਰ੍ਹਾਂ ਕੋਰੋਨਾ ਵਾਇਰਸ ਹੈਂਡਲ ਕਰ ਰਹੇ ਨੇ ਉਸ ਉੱਤੇ ਇਤਬਾਰ ਨਹੀਂ। ਫਿਰ ਇੱਕ ਹੋਰ ਪੋਲ ਆਉਂਦਾ ਹੈ, ਉੱਥੇ 66% ਜਿਹੜਾ ਪੋਲਸਟਰ ਹੈਗਾ ਉਹ ਕਹਿੰਦੇ ਸਾਨੂੰ ਇਹਨਾਂ ਤੇ ਇਤਬਾਰ ਨਹੀਂ ਹੈਗਾ। ਇੱਕ CNN ਦਾ ਪੋਲ ਆਉਂਦਾ ਹੈ, ਔਰ ਬਲਕਿ ਉਹਨਾਂ ਨੇ ਇੱਕ ਸਰਵੇ ਕੀਤਾ ਹੈ, ਨਾਟ ਅ ਪੋਲ। ਉਸ ਸਰਵੇ ਵਿੱਚ ਕਿਹਾ ਜਾਂਦਾ ਹੈਗਾ ਕਿ ਇਹਨਾਂ ਦੇ ਤਕਰੀਬਨ 8500 ਐਸੇ ਦਾਅਵੇ ਨੇ ਬਤੌਰ ਪ੍ਰੈਜ਼ੀਡੈਂਟ ਜਿਹੜੇ ਝੂਠੇ ਨੇ। ਜਦ ਇਸ ਤਰ੍ਹਾਂ ਦਾ ਮਾਹੌਲ ਹੋਵੇ, ਕੀ ਤੁਹਾਨੂੰ ਲੱਗਦਾ ਹੈਗਾ ਕਿ ਜਿਹੜੀ ਇਹ ਗੋਰੇ ਕਾਲੇ ਦੀ ਗੱਲ ਚੱਲੀ ਹੈ ਕਿਤੇ ਉਹਦੇ ਨਾਲ ਤੇ ਨਹੀਂ ਹੋ ਰਿਹਾ ਕਿ ਵੋਟਰ ਪੋਲਰਾਈਜ਼ ਹੋ ਰਿਹਾ ਹੋਵੇ? ਵੈਲ ਆਈ ਥਿੰਕ ਇਹ ਹੁਣ ਹਰੇਕ ਜਿਹੜੀ ਪੋਲੀਟੀਕਲ ਪਾਰਟੀ ਹੈ ਉਹ ਕੋਸ਼ਿਸ਼ ਕਰਦੀ ਹੈ ਕਿ ਅਜਿਹੀਆਂ ਮੈਨੇ ਸਪਿਨ ਕੀਤਾ ਜਾਵੇ ਇਸ਼ੂਜ਼ ਨੂੰ। ਜਿਹੜਾ ਤੁਸੀਂ ਗੱਲ ਕਹੀ ਹੈ ਕਿ ਕੋਰੋਨਾ ਵਾਇਰਸ ਦੇ ਇਸ਼ੂ ਦੇ ਉੱਤੇ ਪ੍ਰੈਜ਼ੀਡੈਂਟ ਟਰੰਪ ਬਹੁਤ ਵੀਕ ਹੈ। ਹੁਣ ਇਹ ਡਿਪੈਂਡ ਕਰਦਾ ਹੈ ਕਿ ਇਸ ਕੋਰੋਨਾ ਵਾਇਰਸ ਦੀ ਜਿਹੜੀ ਕ੍ਰਾਈਸਿਸ ਹੈ, ਜਿਹੜੇ ਕਿ ਹੁਣ ਆਲਰੇਡੀ ਜਿਹੜੇ ਐਕਸਪਰਟਸ ਨੇ ਪ੍ਰੈਡਿਕਟ ਕਰ ਰਹੇ ਨੇ ਕਿ ਸੈਪਟੰਬਰ ਦੇ ਐਂਡ ਦੇ ਵਿੱਚ 2 ਲੱਖ ਤੋਂ ਵੱਧ ਅਮਰੀਕਨ ਮਾਰੇ ਜਾ ਚੁੱਕੇ ਹੋਣਗੇ। ਤੋ that will determine ਵੀ ਕਈ ਤਾਂ ਬਹੁਤ ਹਾਈ ਨੰਬਰਸ ਦੇ ਰਹੇ ਨੇ, 2.25 ਲੱਖ ਦੇ ਰਹੇ ਨੇ। ਸੋ ਇਹ ਪਹਿਲੀ ਵਾਰ ਹਿਸਟਰੀ ਦੇ ਵਿੱਚ 100 ਸਾਲਾਂ ਦੇ ਵਿੱਚ ਇੰਨਾ ਅਮਰੀਕਨ ਇੱਕ ਬਿਮਾਰੀ ਕਰਕੇ ਮਰ ਗਿਆ, ਤੇ ਐਡਾ ਵੱਡਾ ਦੇਸ਼ ਹੋਣ ਦੇ ਬਾਵਜੂਦ they have not been able to control it. So ਇਹ ਬਹੁਤ ਬੜੇ ਪਰ ਅਫਸੋਸ ਹੁਣ ਔਰ ਟਰੰਪ ਸਪਿਨ ਕਰਕੇ ਐਂਟੀ ਚਾਈਨਾ ਜਿਹੜੀ ਭਾਵਨਾ ਹੈਗੀ ਹੈ ਉਹਨੂੰ ਜ਼ਿਆਦਾ ਹਵਾ ਦੇ ਰਹੇ ਨੇ, ਤਾਂ ਕਿ ਲੋਕਾਂ ਦੇ ਵਿੱਚ ਐਂਟੀ ਚਾਈਨਾ ਦੀ ਗੱਲ ਕਰਕੇ ਤੇ ਕੋਰੋਨਾ ਵਾਇਰਸ ਦਾ ਸਾਰਾ ਬਲੇਮ ਉਹਨਾਂ ਤੇ ਪਾ ਕੇ ਤੇ ਆਪਣੀ ਜਿਹੜੀ ਉਹਨਾਂ ਦੀ ਫੇਲਿਅਰ ਹੋਈ ਹੈ ਐਡਮਿਨਿਸਟ੍ਰੇਸ਼ਨ ਦੀ ਉਹਨੂੰ ਛੁਪਾਇਆ ਜਾਵੇ, ਤਾਂ ਕਿ ਵੋਟ ਸਾਨੂੰ ਲੋਕ ਪਾ ਸਕਣ। ਇਹ ਸਪਿਨਿੰਗ ਹੋ ਰਹੀ ਹੈ ਥੋੜੀ। ਪਰ ਜਿਹੜਾ ਐਂਟੀ ਚਾਈਨਾ ਸੈਂਟੀਮੈਂਟ ਹੈਗਾ ਉਹ ਤੇ ਜੋ ਬਾਈਡਨ ਵੀ ਉਸਨੂੰ ਸ਼ੇਅਰ ਕਰ ਰਹੇ ਨੇ, ਔਰ ਉਹ ਬੜੇ ਪ੍ਰਬਲ ਤਰੀਕੇ ਨਾਲ ਕਰ ਰਹੇ ਨੇ, ਕਮਲਾ ਹੈਰਿਸ ਵੀ ਕਰ ਰਹੇ ਨੇ। ਤੇ ਜਿਹੜਾ ਐਂਟੀ ਚਾਈਨਾ ਦੇ ਉੱਤੇ ਜਿਹੜੀ ਗੱਲ ਆਉਂਦੀ ਹੈਗੀ ਤੇ ਮੈਨੂੰ ਲੱਗਦਾ ਦੋਵੇਂ ਜਿਹੜੇ ਪਾਰਟੀਆਂ ਨੇ ਉਹ ਇਸ ਗੱਲ ਨੂੰ ਸਮਝਦੀਆਂ ਨੇ ਕਿ ਪਬਲਿਕ ਦੇ ਵਿੱਚ ਕਿਧਰੇ ਨਾ ਕਿਧਰੇ ਚੀਨ ਵਾਸਤੇ ਇੱਕ ਬੜਾ ਇੱਕ ਰੋਸ਼ ਹੈਗਾ ਜਿਹੜਾ ਕੋਰੋਨਾ ਵਾਇਰਸ ਆਇਆ ਉਸ ਕਰਕੇ। ਤੇ ਇਸ ਨੂੰ ਤੁਸੀਂ ਤੁਹਾਡੀ ਪਾਰਟੀ ਕੀ ਘੱਟ ਕਾਊਂਟਰ ਕਰ ਪਾ ਰਹੀ ਹੈ? ਪਰ ਮੈਂ ਜਿੱਥੋਂ ਤੱਕ ਦੇਖ ਰਿਹਾ ਉਹ ਵੀ ਕਾਫੀ ਇਸ ਉੱਤੇ ਕਾਫੀ ਸਰਗਰਮ ਨੇ ਐਂਟੀ ਚਾਈਨੀਜ਼ ਸੈਂਟੀਮੈਂਟਸ ਦੇ ਉੱਤੇ। ਉਹ ਕਰ ਰਹੀ ਹੈ, ਪਰ ਜਿਹੜਾ ਪ੍ਰੈਜ਼ੀਡੈਂਟ ਟਰੰਪ ਦਾ ਜਿਹੜਾ ਗੱਲ ਕਰਨ ਦਾ ਢੰਗ ਹੁੰਦਾ ਨਾ ਉਹ ਬੜਾ ਜ਼ਿਆਦਾ ਜਿੱਦਾਂ ਕਹਿੰਦੇ ਨਾ ਵੀ ਜਿੱਦਾਂ ਹੁਣ ਹੀ ਸੇਜ਼ ਇਟ ਜਾਂ ਕੁੰਗ ਫੂ ਵਾਇਰਸ, ਇਦਾਂ ਦੀਆਂ ਜਿਹੜੀਆਂ ਗੱਲਾਂ ਕਹਿ ਕੇ ਨਾ ਜੀ ਉਹ ਜਿਹੜੇ ਰੇਸਿਸਟ ਜਿਹੜਾ ਐਲੀਮੈਂਟ ਹੁੰਦਾ ਉਹਨੂੰ ਹਵਾ ਮਿਲਦੀ ਹੈ। ਤੇ ਉਹ ਇੱਕ ਬੜੀ ਅਨਫੋਰਚੂਨੇਟ ਗੱਲ ਹੈ ਕਿ ਜਿਹੜੇ ਪੋਲੀਟੀਕਲ ਡਾਇਲੌਗ ਦੇ ਵਿੱਚ ਜਿਹੜੇ ਇੱਕ ਡੈਕੋਰਮ ਹੁੰਦਾ ਜਾਂ ਇੱਕ ਜਿਹੜਾ ਡਿਸਪਲਿਨ ਮੇਨਟੇਨ ਕੀਤਾ ਜਾਂਦਾ ਅਮਰੀਕਨ ਪੋਲਿਟਿਕਸ ਦੇ ਵਿੱਚ, ਉਹ ਇਸ ਵੇਲੇ ਸਾਰਾ ਉਬੜ ਖਾਬੜ ਹੋਇਆ ਹੋਇਆ। ਮੈਨੇ ਪੀਪਲ ਆਰ ਜਸਟ ਕੋਈ ਹੈਜ਼ਿਟੇਸ਼ਨ ਨਹੀਂ ਹੈ, ਕੁਝ ਵੀ ਜੋ ਵੀ ਕਿਹਾ ਜਾ ਰਿਹਾ। ਹੁਣ ਮੈਨੇ ਇੱਥੋਂ ਤੱਕ ਗੱਲ ਹੋ ਗਈ ਹੈ ਵੀ ਪ੍ਰੈਜ਼ੀਡੈਂਟ ਟਰੰਪ ਨੇ ਪਰਸੋਂ ਉਹਨਾਂ ਨੇ ਸਾਰੇ ਆਰਡਰ ਕੀਤਾ ਕਿ ਜਿੰਨੀਆਂ ਫੈਡਰਲ ਗਵਰਨਮੈਂਟ ਦੀਆਂ ਏਜੰਸੀਜ਼ ਨੇ ਉਹਦੇ ਵਿੱਚ ਜਿੱਥੇ ਵੀ ਡਾਇਵਰਸਿਟੀ ਟ੍ਰੇਨਿੰਗ ਹੁੰਦੀ ਸੀ, ਹਾਂਜੀ, ਇਹ ਬੰਦ ਕੀਤੀ ਜਾਵੇ। ਸਾਡੇ ਕੋਈ ਰੇਸਿਜ਼ਮ ਨਹੀਂ ਹੈ ਅਮਰੀਕਾ ਦੇ ਵਿੱਚ, ਕੋਈ ਸਿਸਟੈਮਿਕ ਰੇਸਿਜ਼ਮ ਨਹੀਂ ਹੈ। ਜਿਹੜਾ ਵੀ ਇਹ ਕਹਿੰਦਾ ਕਿ ਅਮਰੀਕਾ 'ਚ ਰੇਸਿਜ਼ਮ ਹੈ ਉਹ ਐਂਟੀ ਅਮਰੀਕਨ ਹੈ। So now he is trying to put the entire Democratic Party and Joe Biden in a corner ਕਿ ਇਹ ਐਂਟੀ ਅਮਰੀਕਨ ਨੇ ਜੀ, ਇਹ ਕਿਉਂਕਿ ਰੇਸਿਜ਼ਮ ਦੀ ਗੱਲ ਕਰਦੇ। ਪਰ ਉਹਨਾਂ ਦਾ ਤੇ ਸ਼ੁਰੂ ਦਾ ਵਿਜ਼ਨ ਹੀ ਰਿਹਾ ਕਿ ਉਹ ਵਾਈਟ ਅਮਰੀਕਾ ਦਾ ਵਿਜ਼ਨ ਨੂੰ ਲੈ ਕੇ ਨਾਲ ਚੱਲੇ ਨੇ। ਪਰ ਅਮਰੀਕਾ ਇੱਕ ਐਸੀ ਕੰਟਰੀ ਹੈਗੀ, ਤੁਸੀਂ ਇੱਕ ਕਿਸੇ ਸ਼ਹਿਰ ਚਲੇ ਜਾਓ, ਨਿਊਯਾਰਕ ਚਲੇ ਜਾਓ, ਉੱਥੇ ਸਿਰਫ ਇਹ ਤੇ ਨਹੀਂ ਹੈਗਾ ਕਿ ਇਹ ਹਿੰਦੂ ਜਾਂ ਮੁਸਲਮਾਨ ਜਾਂ ਸਿੱਖ ਹੈ, ਉੱਥੇ 150 ਨੈਸ਼ਨੈਲਿਟੀਆਂ ਐਟ ਅ ਟਾਈਮ ਰਹਿੰਦੀਆਂ ਨੇ, ਕਰਦੀਆਂ ਨੇ ਇੱਕ ਦੂਸਰੇ ਨਾਲ। ਉਹਨਾਂ ਦਾ ਇੱਕ ਖਾਸ ਕਿਸਮ ਦਾ ਇੱਕ ਗਲੋਬਲਾਈਜੇਸ਼ਨ ਦਾ ਯੁੱਗ ਹੈ ਔਰ ਬੜਾ ਵੱਡੀ ਇੱਕ ਸਿੰਬਲ ਹੈਗਾ ਉਸ ਚੀਜ਼ ਦਾ। ਮੈਂ ਤੁਹਾਡੇ ਕੋਲ ਸਵਾਲ ਪੁੱਛਣਾ ਚਾਹੁੰਦਾ ਇੰਡੀਅਨਸ ਦੇ ਉੱਤੇ, ਇੰਡੀਅਨ ਅਮਰੀਕਨਸ ਦੇ ਉੱਤੇ। ਤਕਰੀਬਨ 1.8 ਮਿਲੀਅਨ ਐਲੀਜੀਬਲ ਵੋਟਰ ਹੈ ਜਿਹੜਾ ਮੈਂ ਪੜ੍ਹ ਰਿਹਾ ਸੀ ਡੇਟਾ। ਤੁਹਾਨੂੰ ਕੀ ਜਾਪਦਾ ਹੈਗਾ ਕਿ ਇੰਡੀਅਨ ਦਾ ਵੋਟ ਜਿਹੜਾ ਹੈਗਾ H1B1 ਵੀਜ਼ੇ ਦੇ ਬਾਵਜੂਦ ਜਿਹੜਾ ਕ੍ਰੈਕਡਾਊਨ ਕੀਤਾ ਉਹ ਕਿਸ ਪਾਸੇ ਜਾਏਗਾ? ਕਿ ਉਹ ਟਰੰਪ ਵੱਲ ਜਾਏਗਾ ਕਿ ਜਿਹੜਾ ਉਹਨਾਂ ਨੇ ਇਨਵੋਕ ਕੀਤਾ ਪ੍ਰਾਈਮ ਮਿਨਿਸਟਰ ਮੋਦੀ ਨੂੰ, ਕਿ ਉਹ ਉਸ ਸੈਂਟੀਮੈਂਟ ਦੇ ਆਧਾਰ ਤੇ ਚੱਲੇਗਾ, ਜਾਂ ਤੁਸੀਂ ਸਮਝਦੇ ਹੋ ਕਿ ਕਿਧਰੇ ਨਾ ਕਿਧਰੇ ਉਹ ਵੋਟ ਜਿਹੜਾ ਹੈਗਾ ਉਹ ਆਪਣੇ ਜਿਹੜੇ ਗਰਾਊਂਡ ਲੈਵਲ ਰਿਐਲਿਟੀਜ਼ ਨੇ, ਭਾਵੇਂ ਰੇਸਿਜ਼ਮ ਹੋਵੇ, ਭਾਵੇਂ H1B1 ਵੀਜ਼ਾ ਹੋਵੇ ਜਾਂ ਹੋਰ ਇਕਨੋਮਿਕ ਇਸ਼ੂਜ਼ ਹੋਣ, ਉਸ ਨਾਲ ਚੱਲੇਗਾ? ਮੇਰੇ ਹਿਸਾਬ ਨਾਲ ਜੀ ਜੋ ਸਾਨੂੰ ਇੰਟਰਨਲ ਪੋਲਿੰਗਸ ਤੋਂ ਪਤਾ ਲੱਗਦਾ ਹੈ, ਜੋ ਇੰਟਰਨਲ ਸੈਂਟੀਮੈਂਟਸ ਤੋਂ ਪਤਾ ਲੱਗਦਾ ਹੈ, ਓਵਰਆਲ ਮੈਜੋਰਿਟੀ ਜਿਹੜੇ ਇੰਡੀਅਨ ਅਮਰੀਕਨਸ ਨੇ ਉਹ ਪ੍ਰੋ ਡੈਮੋਕ੍ਰੈਟਸ ਨੇ। ਤੇ ਖਾਸ ਕਰਕੇ ਕਮਲਾ ਹੈਰਿਸ ਦਾ ਟਿਕਟ ਦੇ ਉੱਤੇ ਆਣਾ, ਇਟ ਵਿਲ ਆਲਸੋ ਪੁੱਲ ਲੋਟ ਆਫ ਇੰਡੀਅਨ ਅਮਰੀਕਨਸ ਟੂ ਵੋਟ ਫॉर ਜਿਹੜੀ ਜੋ ਬਾਈਡਨ ਐਂਡ ਕਮਲਾ ਹੈਰਿਸ ਟਿਕਟ ਹੈ। ਇਹ ਨਾਲੇ ਦੂਜੀ ਗੱਲ ਹੈ ਕਿ ਜਿਹੜਾ ਸੈਕੰਡ ਜਨਰੇਸ਼ਨ ਇੰਡੀਅਨ ਅਮਰੀਕਨਸ ਦੀ ਜਿਹੜੀ ਪੂਰੀ ਜਨਰੇਸ਼ਨ ਹੈ ਉਹ ਬਹੁਤ ਜ਼ਿਆਦਾ ਐਂਟੀ ਟਰੰਪ ਹੈ, ਐਂਡ ਦੇ ਆਰ ਪ੍ਰੋ ਡੈਮੋਕ੍ਰੈਟਸ, ਪ੍ਰੋ ਬਾਈਡਨ, ਦੇ ਵਰ ਪ੍ਰੋ ਬਰਨੀ ਈਵਨ। ਸੋ ਇਸ ਕੇ ਬਰਨੀ ਸੈਂਡਰਸ। ਸੋ ਇਸ ਕਰਕੇ ਜਿਹੜਾ ਮੈਨੂੰ
ਜਿੱਥੋਂ ਤੱਕ ਲੱਗਦਾ ਹੈ ਕਿ ਮੈਜੋਰਿਟੀ ਡੈਮੋਕ੍ਰੈਟ ਗੱਲ ਕਰ ਰਹੇ ਹੋ ਜਾਂ ਐਜ਼ ਐਨ ਅਮਰੀਕਨ ਸਿਟੀਜ਼ਨ ਗੱਲ ਕਰ ਰਹੇ ਹੋ ਇਸ ਵੇਲੇ? ਐਜ਼ ਸਿਟੀਜ਼ਨ ਗੱਲ ਕਰ ਰਹੇ ਹਾਂ ਕਿ ਇਸ ਵੇਲੇ ਮੈਜੋਰਿਟੀ ਜਿਹੜਾ ਖਾਸ ਕਰਕੇ ਪੀਪਲ ਆਫ ਕਲਰ ਨੇ, ਜਿਹੜੇ ਖਾਸ ਕਰਕੇ ਮਾਈਨੋਰਿਟੀਜ਼ ਕਮਿਊਨਿਟੀਜ਼ ਨੂੰ ਬਿਲੋਂਗ ਕਰਦੇ, ਭਾਵੇਂ ਉਹ ਇੰਡੀਅਨਸ ਨੇ, ਪਾਕਿਸਤਾਨੀਜ਼ ਨੇ, ਇਥੋਪੀਅਨਸ ਨੇ, ਚਾਈਨੀਜ਼ ਨੇ, ਉਹਨਾਂ ਦਾ ਸਾਰੇ ਉਹਨਾਂ ਨੂੰ ਡਰ ਹੈ ਕਿ ਜੇ ਪ੍ਰੈਜ਼ੀਡੈਂਟ ਟਰੰਪ ਦੁਬਾਰਾ ਇਲੈਕਸ਼ਨ 'ਚ ਜਿੱਤ ਜਾਂਦੇ ਨੇ ਤੇ ਇਸ ਕੰਟਰੀ ਦਾ ਮਾਹੌਲ ਹੋਰ ਵੀ ਸਗੋਂ ਵਿਗੜ ਸਕਦਾ। ਇਹਨੇ 4 ਸਾਲਾਂ ਦੇ ਵਿੱਚ ਵੀ ਇਹੋ ਜਿਹਾ ਮਾਹੌਲ ਬਣ ਗਿਆ ਕਿ ਵਾਈਟ ਸੁਪਰਮਿਸਟ ਜਿਹੜੇ ਗਰੁੱਪਸ ਨੇ ਉਹ ਜ਼ਿਆਦਾ ਵਧੇ ਨੇ ਤੇ ਅਟੈਕਸ ਜ਼ਿਆਦਾ ਮਾਈਨੋਰਿਟੀਜ਼ ਤੇ ਹੋ ਰਹੇ ਨੇ, ਕੱਲੇ ਇੰਡੀਅਨਸ ਤੇ ਨਹੀਂ, ਚਾਈਨੀਜ਼ ਦੇ ਉੱਤੇ ਹੋ ਰਹੇ ਨੇ, ਹੋਰਾਂ ਮਾਈਨੋਰਿਟੀਜ਼ ਤੇ ਹੋ ਰਹੇ ਨੇ। ਤੇ ਇਸ ਕਰਕੇ ਇਹ ਜਿਹੜਾ ਸੈਂਟੀਮੈਂਟ ਹੈ ਦਿਸ ਵਿਲ ਡਿਟਰਮਿਨ ਕਿ ਇੰਡੀਅਨ ਅਮਰੀਕਨਸ ਕਿੱਦਾਂ ਵੋਟ ਕਰਦੇ ਨੇ। ਹੁਣ ਇਹ ਰਿਪਬਲਿਕਨ ਪਾਰਟੀ ਤੇ ਕੁਝ ਜਿਹੜਾ ਪ੍ਰੋ ਬੀਜੇਪੀ ਜਾਂ ਪ੍ਰੋ ਮੋਦੀ ਐਲੀਮੈਂਟ ਹੈ ਉਹ ਇਹਨੂੰ ਜਾਣ ਕੇ ਮਾਨੇ ਉਹਨਾਂ ਦਾ ਸਟ੍ਰੈਟਜੀ ਹੈ ਕਿ ਇਹਨੂੰ ਜੋੜਿਆ ਜਾਵੇ ਕਿ ਜੀ ਮੋਦੀ ਜੀ ਤੇ ਟਰੰਪ ਦੀ ਬੜੀ ਆਪਸ ਨੇੜਤਾ ਹੈ ਤੇ ਮੋਦੀ ਆਪਣਾ ਟਰੰਪ ਇਜ਼ ਐਂਟੀ ਚਾਈਨਾ ਐਂਡ ਯੂ نو ਸੋ ਇਸ ਕਰਕੇ ਉਹਨਾਂ ਦਾ ਇੱਕ ਹਿੱਸਾ ਹੈਗਾ, ਉਹਨਾਂ ਦੇ ਜਿਹੜੇ ਉਹਨਾਂ ਦੇ ਕੈਂਪੇਨ ਦਾ ਇੱਕ ਹਿੱਸਾ ਹੈਗਾ। ਡਾਕਟਰ ਰਾਜਵੰਤ ਸਿੰਘ ਜੀ, ਤੁਸੀਂ ਸਾਡੇ ਨਾਲ ਜੁੜੇ, ਗੱਲਾਂ ਸਾਂਝੀਆਂ ਕੀਤੀਆਂ ਅਮਰੀਕਨ ਇਲੈਕਸ਼ਨਸ ਬਾਰੇ, ਤੁਹਾਡਾ ਬਹੁਤ ਬਹੁਤ ਧੰਨਵਾਦ ਹੈ। ਔਰ ਫਿਰ ਅਸੀਂ ਤੁਹਾਡੇ ਨਾਲ ਜੁੜਾਂਗੇ ਜਿਵੇਂ ਜਿਵੇਂ ਇਲੈਕਸ਼ਨ ਪ੍ਰੋਸੈਸ ਅੱਗੇ ਵਧੇਗਾ ਤੇ ਤੁਹਾਡੇ ਕੋਲ ਹੋਰ ਜਿਹੜੀ ਇਨਪੁਟਸ ਨੇ, ਹੋਰ ਜਿਹੜੀ ਇਨਸਾਈਟਸ ਨੇ ਉਹ ਤੁਹਾਡੇ ਕੋਲ ਜ਼ਰੂਰ ਲਾਂਗੇ। ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਔਰ ਜਾਣ ਤੋਂ ਪਹਿਲੇ ਮੈਂ ਆਪਣੇ ਪੰਜਾਬ ਤੱਕ ਦੇ ਦਰਸ਼ਕਾਂ ਨੂੰ ਜ਼ਰੂਰ ਕਹਾਂਗਾ ਕਿ ਜਿਹੜਾ ਤੁਹਾਡੇ ਉੱਤੇ ਘੰਟੀ ਦਾ ਆਈਕਨ ਹੈ ਉਸ ਨੂੰ ਜ਼ਰੂਰ ਦਬਾਣਾ ਔਰ ਸਾਡੇ ਨਾਲ ਸਬਸਕ੍ਰਾਈਬ ਕਰੋ ਤਾਂ ਜੋ ਅਸੀਂ ਤੁਹਾਡੇ ਨਾਲ ਗੱਲਾਂ ਸਾਂਝੀਆਂ ਕਰਦੇ ਰਹੀਏ। ਫਿਰ ਮਿਲਾਂਗੇ ਨਵੇਂ ਇਸ਼ੂਜ਼ ਨਾਲ, ਨਵੇਂ ਮੁੱਦੇ ਨਾਲ। ਰੱਬ ਰਾਖਾ।